316 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇਐਸ ਬਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ। ਉਮੀਦ ਕਰਦਾ ਤੁਸੀਂ ਅੱਜ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਕਰੋਗੇ। ਆਪਾਂ ਗੱਲਬਾਤ ਅੱਜ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਬਾਰੇ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਜੋ ਕੁਝ ਪਟਿਆਲੇ ਦੇ ਵਿੱਚ ਵਾਪਰਿਆ, ਆਪਾਂ ਉਸ ਘਟਨਾ ਨੂੰ ਅੱਜ ਦੁਬਾਰਾ ਥੋੜਾ ਜਿਹਾ ਖੋਲ ਕੇ ਗੱਲਬਾਤ ਕਰਾਂਗੇ। ਉਸ ਦਿਨ ਆਪਾਂ ਬਾਬਾ ਬਖਸ਼ੀਸ਼ ਸਿੰਘ ਹੋਣਾ ਨਾਲ ਗੱਲਬਾਤ ਕੀਤੀ ਸੀ ਗਰਾਊਂਡ ਲੈਵਲ ਤੋਂ, ਤੇ ਫਿਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੇ ਜਿੱਦਾਂ ਦਾ ਸਰਕਾਰ ਦਾ ਰਵੱਈਆ ਰਿਹਾ ਉਹਦੇ ਤੇ ਆਪਾਂ ਗੱਲਬਾਤ ਅੱਜ ਜਿਹੜੀ ਆ ਕਰਾਂਗੇ। ਦੇਖੋ, ਇੱਕ ਗੱਲ ਤਾਂ ਬੜੀ ਸਪਸ਼ਟ ਹੈਗੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਬੁਰੀ ਤਰ੍ਹਾਂ ਦੇ ਨਾਲ ਇਸ ਜਿਹੜੀ ਘਟਨਾਕ੍ਰਮ ਦੇ ਵਿੱਚ ਜਿਹੜੀ ਆ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਈ ਆ। ਹੁਣ ਇੱਕ ਬੰਦੇ ਵੱਲੋਂ ਪੋਸਟਰ ਜਾਰੀ ਕਰਨ ਤੋਂ ਬਾਅਦ ਲਗਾਤਾਰ ਧਮਕੀਆਂ ਦਿੱਤੇ ਜਾਣਾ ਕਿ ਅਸੀਂ ਇਸ ਤਰੀਕ ਨੂੰ ਮਾਰਚ ਕੱਢਾਂਗੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਤੁਸੀਂ ਕੋਈ ਮਾਰਚ ਕੱਢਣਾ ਹੁੰਦਾ, ਉਸ ਮਾਰਚ ਕੱਢਣ ਵਾਸਤੇ ਤੁਹਾਨੂੰ ਇੱਕ ਪਰਮਿਸ਼ਨ ਦੀ ਜ਼ਰੂਰਤ ਪੈਂਦੀ ਆ। ਤੁਹਾਨੂੰ ਇੱਕ ਜਿਹੜੀ ਆ ਉਹ ਪਰਮਿਸ਼ਨ ਲੈਣੀ ਪੈਂਦੀ ਆ ਕਿ ਅਸੀਂ ਇਹ ਮਾਰਚ ਜਿਹੜਾ ਹੈਗਾ ਇੰਨੀ ਤਰੀਕ ਨੂੰ ਇੰਨੇ ਵਜੇ ਐਸ ਰੂਟ ਥੋਣੀ ਅਸੀਂ ਜਿਹੜਾ ਉਹ ਮਾਰਚ ਕੱਢਾਂਗੇ। ਉਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ। ਇੱਕ ਤਾਂ ਤੁਸੀਂ ਪ੍ਰਸ਼ਾਸਨ ਨੂੰ ਜਿਹੜਾ ਉਹ ਇਨਫੋਰਮੇਸ਼ਨ ਦੇਣੀ ਹੁੰਦੀ ਆ, ਤੇ ਦੂਜਾ ਪ੍ਰਸ਼ਾਸਨ ਨੇ ਆਪਣੇ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਪ੍ਰਬੰਧ ਕਰਨੇ ਹੁੰਦੇ ਨੇ, ਸੁਰੱਖਿਆ ਦੇ ਉਹ ਪ੍ਰਬੰਧ ਕਰਨੇ ਹੁੰਦੇ ਨੇ, ਤੁਹਾਡੀ ਸਿਕਿਉਰਿਟੀ ਦੇ, ਤੁਹਾਡੀ ਸੇਫਟੀ ਦੇ, ਤੁਹਾਡੇ ਆਲੇ ਦੁਆਲੇ ਦੇ, ਜਿਹੜਾ ਕਿ ਕੋਈ ਘਟਨਾ ਇਹੋ ਜਿਹੀ ਜਿਹੜੀ ਨਾ ਵਾਪਰੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪਹਿਲਾਂ ਹਰੀਸ਼ ਸਿੰਗਲੇ ਵੱਲੋਂ ਕੋਈ ਕਿਸੇ ਕਿਸਮ ਦੀ ਕੋਈ ਐਸਐਸਪੀ ਦਫ਼ਤਰ ਵੱਲੋਂ ਇਸ ਤਰ੍ਹਾਂ ਦੀ ਪ੍ਰਮਾਣਿਤ ਰੈਲੀ ਕੱਢਣ ਵਾਸਤੇ ਉਹ ਜਿਹੜੀ ਸੀਗੀ ਅਸਲ ਦੇ ਵਿੱਚ ਪਰਮਿਸ਼ਨ ਲਈ ਵੀ ਗਈ ਕਿ ਨਹੀਂ ਲਈ ਗਈ। ਜੇ ਲਈ ਗਈ ਤਾਂ ਫਿਰ ਡਿਪਟੀ ਕਮਿਸ਼ਨਰ ਵੀ ਉਸ ਦੇ ਵਿੱਚ ਇਨਵੋਲਵ ਹੁੰਦਾ। ਸੋ ਡਿਪਟੀ ਕਮਿਸ਼ਨਰ ਨੂੰ ਇਹ ਨਹੀਂ ਪਤਾ ਕਿ ਇਹ ਰੈਲੀ ਕਿੱਦਾਂ ਦੀ ਹੋਏਗੀ ਜਿਹਦਾ ਪੋਸਟਰ ਪਹਿਲਾਂ ਡਿਕਲੇਅਰ ਕਰ ਦਿੱਤਾ ਗਿਆ। ਸੋ ਅਗਰ ਇਹ ਸਾਰੀਆਂ ਰਿਪੋਰਟਸ ਜਿਹੜੀਆਂ ਨੇ ਉਹ ਤੁਸੀਂ ਸੈਂਟਰਲ ਜਾਂ ਸਟੇਟ ਏਜੰਸੀਜ਼ ਨੂੰ ਜਿਹੜੀਆਂ ਨੇ ਭੇਜ ਦਿੰਦੇ ਨੇ ਕਿ ਐਦਾਂ ਦੀ ਰੈਲੀ ਆ, ਕੀ ਇਹ ਕੱਢਣ ਦਿੱਤੀ ਜਾਣੀ ਚਾਹੀਦੀ ਆ ਕਿ ਜਾਂ ਇਸ ਤੇ ਰੋਕ ਲਾਉਣੀ ਚਾਹੀਦੀ ਆ। ਜੇ ਤੁਹਾਡੇ ਕੋਲ ਇਸ ਚੀਜ਼ ਦਾ ਐਕਸਪੀਰੀਅੰਸ ਆ, ਜੇ ਤੁਹਾਡੇ ਕੋਲ ਇਸ ਚੀਜ਼ ਦੀ ਜਾਣਕਾਰੀ ਆ ਕਿ ਇਹ ਜਿਹੜੀ ਰੈਲੀ ਆ ਜਾਂ ਇਹ ਜਿਹੜਾ ਉਹ ਆਪਣਾ ਪ੍ਰੋਗਰਾਮ ਬਣਾਈ ਬੈਠੇ ਨੇ, ਉਹ ਪ੍ਰੋਗਰਾਮ ਸ਼ਹਿਰ ਨੂੰ ਤੇ ਪੂਰੀ ਸਟੇਟ ਨੂੰ ਅੱਗ ਲਾ ਸਕਦਾ ਜਾਂ ਪੂਰੀ ਸਟੇਟ ਨੂੰ ਬਲਦੀ ਦੇ ਵਿੱਚ ਸਿੱਟ ਸਕਦਾ, ਤੇ ਫਿਰ ਉਹਦੀ ਪਰਮਿਸ਼ਨ ਪਹਿਲੀ ਤੇ ਗੱਲ ਦਿੱਤੀ ਕਿਉਂ ਗਈ? ਜੇ ਦਿੱਤੀ ਨਹੀਂ ਗਈ ਤੇ ਫਿਰ ਬਿਨਾਂ ਆਗਿਆ ਜਿਹੜਾ ਉਹਨਾਂ ਨੇ ਆਪਣਾ ਜੋ ਵੀ ਰੈਲੀ ਕੱਢਣ ਦਾ ਯਤਨ ਕੀਤਾ ਤੇ ਉਹ ਕੱਢੀ ਕਿਹੜੇ ਆਦੇਸ਼ਾਂ ਦੇ ਹੇਠ ਹੈਗੀ ਆ, ਇਸ ਗੱਲ ਦਾ ਜਿਹੜਾ ਹੈ ਉਹ ਜ਼ਰੂਰ ਜਾਂਚ ਹੋਣੀ ਚਾਹੀਦੀ ਆ। ਪਰ ਕਿਹੜਾ ਆਖੇ ਰਾਣੀਏ ਅੱਗਾ ਢੱਕ। ਗੱਲ ਏਦਾਂ ਕਿ ਉੱਥੇ ਜਾਂਚ ਕਰਵਾਊ ਕੌਣ, ਉੱਥੇ ਜਾਂਚ ਹੋਣ ਕੌਣ ਦੇਊ, ਤੇ ਅਸਲੀਅਤ ਕਿਹਨੂੰ ਜਿਹੜਾ ਉਹ ਸਾਹਮਣੇ ਆਉਣ ਦਊਗੀ। ਅੱਜ ਤੱਕ ਉਸ ਭਾਰਤ ਦੇਸ਼ ਦੇ ਵਿੱਚ ਕਦੀ ਕੋਈ ਅਸਲੀਅਤ ਸਾਹਮਣੇ ਆਈ ਨਹੀਂ। ਝੂਠ ਤੇ ਝੂਠ ਸਿਰਫ ਉੱਥੇ ਨੱਚਦਾ। ਸਿਰ ਤੋਂ ਲੈ ਕੇ ਪੈਰਾਂ ਤੱਕ ਝੂਠ ਬੋਲਣ ਵਾਲੀਆਂ ਸਰਕਾਰਾਂ, ਸਿਰ ਤੋਂ ਪੈਰਾਂ ਤੱਕ ਝੂਠ ਬੋਲਣ ਵਾਲੇ ਉੱਥੋਂ ਦੇ ਪੋਲੀਟੀਸ਼ੀਅਨ, ਉੱਥੋਂ ਦਾ ਬਿਊਰੋਕ੍ਰੇਸੀ ਸਿਸਟਮ, ਉੱਥੋਂ ਦਾ ਜੁਡੀਸ਼ਰੀ ਸਿਸਟਮ, ਉੱਥੋਂ ਦੇ ਜਿਹੜੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹ ਚੀਜ਼ ਬੈਠ ਚੁੱਕੀ ਆ। ਜਿਹੜੇ ਉਹ ਲੋਕ ਜਿਹੜੇ ਇਹ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸ਼ਰਾਰਤ ਕਰਕੇ ਜਿਹੜਾ ਉਹ ਕੋਈ ਅਜਿਹਾ ਬਲਦੀ ਦੇ ਵਿੱਚ ਪੰਜਾਬ ਨੂੰ ਫਿਰ ਸਿੱਟ ਦਿੱਤਾ ਜਾਵੇ ਕਿ ਜਿਹੜੀ ਆ ਨਾ ਉਹ ਕੋਈ ਤਰੀਕਾਕਾਰ ਲੱਭਿਆ ਜਾਵੇ ਕਿ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਆ ਉਹ ਕੀਤੀ ਦੁਬਾਰਾ ਕਿਵੇਂ ਜਾਵੇ, ਕਿਉਂਕਿ ਬਾਰ-ਬਾਰ ਉਹਨਾਂ ਦਾ ਟਾਰਗੇਟ ਇਹੀ ਆ। ਦੂਸਰੀ ਗੱਲ ਜਿਹੜੀ ਬਹੁਤ ਜ਼ਿਆਦਾ ਧਿਆਨ ਮੰਗਦੀ ਹੈਗੀ ਆ, ਜਿਹੜੀ ਚੀਜ਼ ਇਸ ਤੇ ਹਰ ਇੱਕ ਨੂੰ ਜਿਹੜਾ ਹੈ ਉਹ ਸੋਚਣਾ ਚਾਹੀਦਾ ਹੈਗਾ, ਕਿਹੜੇ ਉਹ ਲੋਕ ਨੇ ਜਿਹੜੇ ਲੋਕ ਇਸ ਦੇ ਪਿੱਛੇ ਕੰਮ ਕਰ ਰਹੇ ਨੇ, ਜਿਹੜੇ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਹੋਣ ਦੇਣ ਦੇ ਵਿੱਚ ਆਪਣੀ ਜਿਹੜੀ ਇਨਪੁਟ ਪਾ ਰਹੇ ਸੀ ਬੈਕ ਸਾਈਡ ਤੋਂ। ਆਫਟਰ ਆਲ ਤਾਂ ਹੁਣ ਕੋਈ ਸੁੱਤਾ ਉੱਠ ਕੇ ਬੰਦਾ ਜਾਂ ਆਪਣੇ ਤੌਰ ਤੇ ਬੰਦਾ ਤਾਂ ਇਹ ਕਰਨੋਂ ਰਿਹਾ
ਕਿਉਂਕਿ ਐਡਾ ਵੱਡਾ ਕੰਮ ਆ ਜਿਹਦੇ ਵਿੱਚ ਤੁਸੀਂ ਖੁੱਲ੍ਹੇਆਮ ਪਬਲਿਕ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਕਰਨੀਆਂ ਨੇ ਉਹ ਪਬਲਿਕ ਦੇ ਵਿੱਚ ਆਉਣੀਆਂ ਨੇ, ਕਿਤੇ ਕੋਈ ਜਥੇਬੰਦੀ ਜਵਾਬਦੇਹ ਹੁੰਦੀ ਆ। ਦੂਸਰੀ ਜਿਹੜੀ ਇੱਕ ਭੰਬਲ ਭੂਸਾ ਪਾਇਆ ਜਾਣ ਦਾ ਜਿਹੜਾ ਉੱਥੇ ਜਾ ਕੇ ਕਾਲੀ ਦੇਵੀ ਮਾਤਾ ਦੇ ਮੰਦਿਰ ਦੇ ਉੱਤੇ ਅਟੈਕ ਕਰ ਦਿੱਤਾ। ਮੈਂ ਉਸ ਦਿਨ ਵੀ ਬਾਬਾ ਬਖਸ਼ੀਸ਼ ਸਿੰਘ ਹੋਣਾ ਨਾਲ ਗੱਲਬਾਤ ਬੜੀ ਡਿਟੇਲ 'ਚ ਇਸੇ ਕਰਕੇ ਕੀਤੀ ਸੀ ਕਿ ਦੇਖਿਆ ਜਾਵੇ ਕਿ ਅਸਲ 'ਚ ਹੋਇਆ ਕੀ। ਹੁਣ ਪਟਿਆਲੇ ਨੂੰ ਅਸੀਂ ਕਿਹੜਾ ਨਹੀਂ ਜਾਣਦੇ ਚੰਗੀ ਤਰ੍ਹਾਂ ਦੇ ਨਾਲ, ਪਟਿਆਲੇ ਦੀ ਗਲੀ ਗਲੀ ਜਿਹੜੀ ਆ ਉਹਦਾ ਪਤਾ। ਸੋ ਪਟਿਆਲੇ ਦਾ ਜਿਹੜਾ ਉਹ ਕਾਲੀ ਦੇਵੀ ਮਾਤਾ ਦਾ ਮੰਦਿਰ ਆ, ਉੱਥੋਂ ਤੇ ਬੱਸ ਸਟੈਂਡ ਨੂੰ ਜਾਣ ਦਾ ਰਸਤਾ, ਉਧਰੋਂ ਫੁਹਾਰੇ ਚੌਂਕ ਨੂੰ ਆਉਣ ਦਾ ਰਸਤਾ, ਉਧਰੋਂ ਬਾਰਾਂਦਾਰੀ ਨੂੰ ਜਾਣ ਦਾ ਰਸਤਾ, ਉਧਰੋਂ ਸ਼ੇਰਾਂ ਵਾਲੇ ਗੇਟ ਨੂੰ ਜਾਣ ਦਾ ਰਸਤਾ, ਕਿਹੜੇ ਰਸਤੇ ਜਿਹੜੇ ਉੱਥੇ ਇੰਨੇ ਰਸਤੇ ਉੱਥੇ ਪੈਂਦੇ ਨੇ। ਸੋ ਉਹ ਸੜਕ ਦੇ ਉੱਤੋਂ ਕੋਈ ਲੰਘ ਰਿਹਾ ਤੇ ਉਹ ਜਿਹੜੇ ਲੋਕ ਨੇ ਅੰਦਰ ਬੈਠੇ ਉਹ ਇੱਟਾਂ ਵੱਟੇ ਪੱਥਰ ਜਿਹੜੇ ਨੇ ਉਹ ਚਲਾ ਰਹੇ ਨੇ, ਸਿਰਫ ਇਹ ਵੇਖ ਕੇ ਕਿ ਇਹ ਸਿੱਖ ਨੇ ਤੇ ਉਹਨਾਂ ਨੂੰ ਜਿਹੜਾ ਉਹ ਇਹ ਕਹਿ ਦਿੱਤਾ ਜਾਵੇ ਵੀ ਇਹ ਇਹਨਾਂ ਦੇ ਕੋਲ ਹੁਣੇ ਲੰਘ ਰਹੇ ਨੇ ਤੇ ਇਹਨਾਂ ਦੇ ਉੱਤੇ ਇੱਟਾਂ ਵੱਟੇ ਪੱਥਰ ਭਰਾ ਕੇ ਤੇ ਇਹ ਜਿਹੜੀ ਆ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਲੀ ਦੇਵੀ ਮਾਤਾ ਦੇ ਮੰਦਿਰ ਦੇ ਉੱਤੇ ਅਟੈਕ ਜਿਹੜਾ ਉਹ ਕੀਤਾ ਜਾ ਰਿਹਾ। ਆ ਵੀਡੀਓ ਜਿਹੜੀ ਆ ਇਹ ਤੁਸੀਂ ਦੇਖ ਲਓ, ਹੁਣ ਤੁਹਾਨੂੰ ਦਿਖਾਉਨੇ ਆ। ਜੇ ਇਹ ਵੀਡੀਓ ਦੇ ਵਿੱਚ ਸਭ ਕੁਝ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇੱਟਾਂ ਵੱਟੇ ਪੱਥਰ ਆ ਕਿੱਥੋਂ ਰਹੇ ਨੇ। ਆ ਜਿਹੜਾ ਵੀਡੀਓ ਦੇਖੋ ਇੱਕ ਮਿੰਟ ਦੀ। ਹੁਣ ਤੁਸੀਂ ਦੇਖਿਆ ਕਿ ਇੱਟਾਂ ਵੱਟੇ ਪੱਥਰ ਜਿਹੜੇ ਨੇ ਉਹ ਕਾਲੀ ਦੇਵੀ ਮਾਤਾ ਦੇ ਜਿੱਧਰਲੀ ਸਾਈਡ ਦੇ ਉੱਤੇ ਲੰਗਰ ਹਾਲ ਹੈਗਾ, ਉਧਰਲੀ ਸਾਈਡ ਤੋਂ ਇੱਟਾਂ ਵੱਟੇ ਐਡੇ ਵੱਡੇ ਇੱਟਾਂ ਪੱਥਰ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ। ਇਹ ਕੌਣ ਸੀ? ਇਹ ਲੋਕ ਕੌਣ ਸੀ? ਇਹ ਜਿਹੜੇ ਲੋਕ ਸੀਗੇ ਇਹ ਆਫਟਰ ਆਲ ਉੱਥੋਂ ਇੱਟਾਂ ਵੱਟੇ ਪੱਥਰ ਦਿੱਤੇ ਗਏ ਨਾ ਉਹਨਾਂ ਨੂੰ ਕਿ ਤੁਸੀਂ ਸਿੱਟੋ ਇੱਥੇ ਲੋਕਾਂ ਦੇ ਉੱਤੇ, ਮਾਰੋ ਉਹਨਾਂ ਨੂੰ, ਚਾਹੇ ਕਿਸੇ ਦਾ ਸਿਰ ਪਾਟੇ, ਚਾਹੇ ਕਿਸੇ ਦਾ ਕੋਈ ਜਾਨ ਜਾਵੇ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਜਿਹੜਾ ਉਹ ਪੈਂਦਾ ਨਹੀਂ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਇਹ ਜਿਹੜਾ ਅਟੈਕ ਸੀਗਾ ਇਹ ਕਿੱਧਰੋਂ ਕੀਤਾ ਗਿਆ ਸੀਗਾ, ਪਹਿਲ ਜਿਹੜੀ ਸੀ ਉਹ ਕਿਹਨਾਂ ਨੇ ਕੀਤੀ ਹੈਗੀ। ਸੋ ਜਿਹੜੇ ਜਾਂਚ ਦੇ ਵਿਸ਼ੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਕਿਸੇ ਨੇ ਗੱਲ ਨਹੀਂ ਕਰਨੀ, ਕਿਉਂਕਿ ਜਿਹੜੀ ਡੀਪ ਸਟੇਟ ਦੀ ਪਾਲਿਸੀ ਆ ਨਾ ਉਹ ਇਹੀ ਆ ਕਿ ਸਿੱਖਾਂ ਨੂੰ ਬਦਨਾਮ ਕਰਕੇ ਕਿਸੇ ਤਰੀਕੇ ਦੇ ਨਾਲ ਕੁੱਟਿਆ ਜਾਵੇ। ਜਿਹੜੇ ਲੋਕਾਂ ਨੇ ਸਾਜ਼ਿਸ਼ ਘੜੀ, ਜਿਹੜੇ ਲੋਕਾਂ ਨੇ 29 ਤਰੀਕ ਚੁਣੀ ਕਿ 29 ਤਰੀਕ ਨੂੰ ਜਿਹੜਾ ਹੈ ਉਹ ਖਾਲਿਸਤਾਨ ਨਾਮਾ ਦਿਨ ਹੈਗਾ ਤੇ ਉਸ ਦਿਨ ਆਪਾਂ ਆ ਜਿਹੜੀ ਚੀਜ਼ ਹੈ ਕਰਨੀ ਆ, ਉਹਨਾਂ ਨੂੰ ਰੋਕਣ ਦੀ ਬਜਾਏ ਇੱਕ ਬੰਦੇ ਨੂੰ ਜਿਹੜਾ ਮਾਸਟਰ ਮਾਈਂਡ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ। ਪੰਜਾਬ ਪੁਲਿਸ ਦੀ ਭੂਮਿਕਾ ਸ਼ੁਰੂ ਤੋਂ ਹੀ ਇਦਾਂ ਦੀ ਰਹੀ ਆ। ਕਈ ਵਾਰੀ ਇਹ ਆ ਜਾਂਦਾ, ਸਿਰਾਂ ਤੇ ਪੱਗਾਂ ਵੀ ਬੰਨੀਆਂ, ਮੂੰਹ ਤੇ ਦਾੜੀਆਂ ਵੀ ਹੈਗੀਆਂ ਨੇ, ਬੜੇ ਸੋਹਣੇ ਅਫਸਰ ਲੱਗਦੇ ਨੇ ਜਿਹੜੇ ਪੰਜਾਬ ਪੁਲਿਸ ਦੇ, ਪਰ ਉਹਨਾਂ ਦੀਆਂ ਕਰਤੂਤਾਂ ਜਦੋਂ ਦੇਖਦੇ ਆ ਫਿਰ ਕਈ ਵਾਰੀ ਇਹ ਸ਼ਰਮ ਜੀ ਆ ਜਾਂਦੀ ਆ ਕਿ ਕੀ ਇਹ ਸਿੱਖਾਂ ਦੇ ਮੁੰਡੇ ਨੇ, ਸਿੱਖਾਂ ਦੇ ਘਰ 'ਚ ਪੈਦਾ ਹੋਏ ਨੇ ਜਿਹੜੇ ਇਹ ਸਿੱਖਾਂ ਦੇ ਉੱਤੇ ਜ਼ੁਲਮ ਜਿਹੜਾ ਉਹ ਕਰਦੇ ਨੇ। ਸੱਚ ਤਾਂ ਬੋਲੋ, ਸੱਚਾਈ ਤਾਂ ਲੋਕਾਂ ਦੇ ਅੱਗੇ ਲੈ ਕੇ ਆਓ, ਝੂਠ ਕਿਉਂ ਬੋਲਦੇ ਹੋ? ਝੂਠ ਦਾ ਜਿਹੜਾ ਉਹ ਤੁਸੀਂ ਇੱਕ ਫੜ ਲਿਆ ਹੋਇਆ ਕਿ ਝੂਠ ਅਸੀਂ ਬੋਲਣਾ ਹੀ ਬੋਲਣਾ, ਉਸ ਝੂਠ ਦਾ ਜਿਹੜਾ ਅੱਜ ਕੱਲ ਪਰਦਾ ਉਹ ਫਾਸਟਾ ਹੋ ਜਾਂਦਾ। ਉਹ ਠੀਕ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਉਹ ਚੀਜ਼ ਜਚਾ ਲੈਂਦੇ ਹੋ ਕਿ ਹਾਂ ਅਸੀਂ ਤਾਂ ਝੂਠ ਬੋਲ ਕੇ ਲੋਕਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਮੂਰਖ ਬਣਾ ਸਕਦੇ ਆ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ ਹੋ ਨਹੀਂ ਸਕਦੀ ਹੈਗੀ। ਹੁਣ ਤੁਸੀਂ ਕਿੱਥੇ ਕਿੱਥੇ ਰੋਕੋਗੇ, ਕਿੱਥੇ ਕਿੱਥੇ ਤੁਸੀਂ ਇਸ ਚੀਜ਼ ਨੂੰ ਕਰੋਗੇ? 29 ਤਰੀਕ ਦਾ ਜੇ ਇੱਕ ਚੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਹੁਣ ਜਿਹਨੂੰ 29 ਤਰੀਕ ਦਾ ਨਹੀਂ ਸੀ ਨਾ ਪਤਾ ਹੈਗਾ, ਉਹਨੂੰ ਵੀ 29 ਤਰੀਕ ਦਾ ਪਤਾ ਲੱਗ ਗਿਆ ਕਿ 29 ਤਰੀਕ ਜਿਹੜੀ 29 ਅਪ੍ਰੈਲ 1986 ਨੂੰ ਹੋਇਆ ਕੀ ਸੀਗਾ। ਖਾਲਿਸਤਾਨ ਐਲਾਨਨਾਮਾ ਜਿਹੜਾ ਸੀਗਾ, ਹੁਣ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਵੀ ਪਾਸ ਆਨ ਹੋ ਗਿਆ ਸਾਰਾ ਕੁਝ, ਤੇ ਤੁਸੀਂ ਕਿਹਨੂੰ ਡੱਕੋਗੇ? ਤੁਸੀਂ ਡੱਕੋਗੇ ਹੋਰ ਮੁਲਕਾਂ ਦੇ ਵਿੱਚ। ਇੱਕ ਖਬਰ ਤੁਹਾਨੂੰ ਸੁਣਾ ਦਿੰਨੇ ਆ, ਮੈਂ ਕੋਸ਼ਿਸ਼ ਕਰਾਂਗਾ ਇੱਕ ਅੱਧੇ ਦਿਨ 'ਚ ਸਵਰਨਜੀਤ ਸਿੰਘ ਖਾਲਸਾ ਜੀ ਉਹਨਾਂ ਨੂੰ ਜਿਹੜੇ ਅਮਰੀਕਾ ਤੋਂ ਕਨੈਟੀਕਟ ਸਟੇਟ ਤੋਂ ਹੈਗੇ ਨੇ,
ਜਿੱਥੇ ਇਹ ਮਾਨਤਾ ਦਿੱਤੀ ਗਈ ਹੈ ਤੁਹਾਡੇ ਆਜ਼ਾਦੀ ਦਿਨ ਨੂੰ, ਜਿਹੜਾ ਹੈ 29 ਤਰੀਕ ਨੂੰ, ਜਿਹੜਾ ਉਹਨਾਂ ਨੇ ਖਾਲਿਸਤਾਨ ਦਿਨ ਦੇ ਵਜੋਂ ਉਹਨਾਂ ਨੇ ਮਾਨਤਾ ਦਿੱਤੀ ਹੈ ਕਨੈਟੀਕਟ ਸਟੇਟ ਨੇ। ਔਰ ਉੱਥੇ ਉਹ ਜਿਹੜੇ ਸਾਡੇ ਵੀਰ ਸਰਦਾਰ ਸਵਰਨਜੀਤ ਸਿੰਘ ਜੀ ਖਾਲਸਾ ਇਸ ਨੂੰ ਐਕਟਿਵਲੀ ਕਰਦੇ ਨੇ। ਮੈਂ ਉਹਨਾਂ ਨਾਲ ਜਲਦੀ ਰੂਬਰੂ ਕਰਾਵਾਂਗੇ ਤੁਹਾਨੂੰ, ਉਹਨਾਂ ਨਾਲ ਇੰਟਰਵਿਊ ਕਰਾਂਗੇ ਤੇ ਉਹਨਾਂ ਨਾਲ ਸਾਰੀ ਗੱਲਬਾਤ ਜਿਹੜੀ ਉਹ ਪੁੱਛਾਂਗੇ। ਤੇ ਹੈਰਾਨਗੀ ਵਾਲੀ ਗੱਲ ਆ, ਦਾ ਟ੍ਰਿਬਿਊਨ ਕਹਿੰਦੀ ਘਾਉਂਦੀ ਅਖਬਾਰ ਆਪਣੇ ਫਰੰਟ ਪੇਜ ਤੇ ਇੱਕ ਨਿਊਜ਼ ਲਾਉਂਦੀ ਆ। ਉਹ ਕਹਿੰਦੀ ਆ ਕਿ ਜਿਹੜਾ ਖਾਲਿਸਤਾਨ ਡੇ ਉੱਥੇ ਡਿਕਲੇਅਰ ਕੀਤਾ ਗਿਆ ਨਾ, ਉਹਦੀ ਜਿਹੜੀ ਹੈਗੀ ਆ ਉਹ ਨਖੇਦੀ ਕੀਤੀ ਆ ਜਿਹੜੀ ਹੈਗੇ US ਤੇ ਜਿਹੜੇ ਉਹਨਾਂ ਦੇ ਜਿਹੜੇ ਕੌਂਸਲੇਟ ਨੇ ਜਾਂ ਜਿਹੜੇ ਉਹਨਾਂ ਦੇ ਕੌਂਸਲਸ ਦੇ ਮੈਂਬਰ ਨੇ, ਉਹਨਾਂ ਨੇ ਇੱਕ ਨਖੇਦੀ ਕੀਤੀ ਆ। ਤੇ ਅਸਲ ਵਿੱਚ ਇਹ ਸੀ ਕਿ ਜਿਹੜਾ ਉੱਥੇ ਕੌਂਸਲੇਟ ਜਨਰਲ ਹੈ, ਨਖੇਦੀ ਉਸਨੇ ਕੀਤੀ ਆ। ਉਹਨੇ ਨਖੇਦੀ ਜਿਹੜੀ ਕੀ ਕਰਕੇ ਕਿ ਮੈਂ ਅੱਗੇ ਜਿਹੜੀ ਆ ਉਹ ਗਵਰਨਰ ਨਾਲ ਗੱਲਬਾਤ ਕਰਾਂਗਾ ਜਾਂ ਮੈਂ ਉੱਥੇ ਦੇ ਜਿਹੜਾ ਹੈ ਉਹ ਇਹ ਜੋ ਕੁਝ ਵੀ ਹੋਇਆ, ਕਿਉਂਕਿ ਉੱਥੇ ਉਹਨਾਂ ਦੀਆਂ ਚੀਕਾਂ ਨਿਕਲੀਆਂ ਨੇ ਕਿ ਇਹ ਕੀ ਹੋ ਗਿਆ। ਤੇ ਉਹ ਟ੍ਰਿਬਿਊਨ ਅਖਬਾਰ ਉਲਟ ਜਿਹੜਾ ਉਹ ਪ੍ਰਿੰਟ ਕਰ ਰਿਹਾ ਹੈਗਾ। ਉਹ ਕੁਛ ਤਾਂ ਸ਼ਰਮ ਕਰ ਲਓ, ਜਿਹੜੀ ਤੁਹਾਨੂੰ ਹੈ ਨਹੀਂ ਬਿਲਕੁਲ ਵੀ, ਕਿ ਤੁਸੀਂ ਲੋਕਾਂ ਸਾਹਮਣੇ ਸੱਚ ਤਾਂ ਬੋਲਦੇ ਹੋ। ਝੂਠ ਬੋਲ ਕੇ ਤੁਸੀਂ ਪ੍ਰਿੰਟ ਮੀਡੀਆ ਨੇ, ਇਲੈਕਟ੍ਰੋਨਿਕ ਮੀਡੀਆ ਨੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹ ਭਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਬਦਨਾਮ ਕੀਤਾ ਜਾਵੇ। ਆ ਜਿਹੜੀ ਘਟਨਾ ਦੇ ਦੁਬਾਰਾ ਆ ਜਾਂਦੇ ਆ, ਇਹ ਘਟਨਾ ਰੋਕੀ ਜਾ ਸਕਦੀ ਸੀ। ਪੰਜਾਬ ਸਰਕਾਰ ਦਾ ਫੇਲੀਅਰ ਨਹੀਂ, ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤੌਰ ਦੇ ਉੱਤੇ ਹੋਇਆ। ਕਿਉਂਕਿ ਭੰਤਾ ਤਾਂ ਵਾਸ਼ਰੂਮ ਕਰਨ ਲੱਗਾ ਵੀ ਜਾ ਕੇ ਲਾਲੇ ਕੇਜਰੀਵਾਲ ਨੂੰ ਪੁੱਛਣ ਜਾਂਦਾ ਵੀ ਹੁਣ ਮੈਂ ਵਾਸ਼ਰੂਮ ਕਰ ਲਵਾਂ। ਇਹੋ ਜਿਹੇ ਹਾਲਾਤ ਨੇ ਉਹਦੇ। ਕਿਉਂਕਿ ਜਦੋਂ ਇਹ ਸਾਰਾ ਕੁਝ ਹੋਇਆ ਤੇ ਉਦੋਂ ਕੀ ਗੱਲ, ਇਹ ਸੁੱਤੇ ਪਏ ਸੀ, ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਕੁਝ ਸਾਰਾ ਕੁਝ ਵਾਪਰ ਰਿਹਾ ਹੈਗਾ। ਕਿਹੜੀ ਅੱਜ ਕੱਲ ਚੀਜ਼ ਜਿਹੜੀ ਆ ਉਹ ਲੁਕੀ ਛਿਪੀ ਜਿਹੜੀ ਆ ਉਹ ਰਹਿੰਦੀ ਹੈਗੀ ਆ। ਸੋ ਲੋਕਾਂ ਨੂੰ ਇਹ ਚੀਜ਼ ਸੋਚਣੀ ਪਏਗੀ ਕਿ ਭਾਈ ਅਸੀਂ ਰਸਤਾ ਕਿਹੜਾ ਅਖਤਿਆਰ ਕਰਨਾ, ਕਿ ਜੇ ਕੋਈ ਬੰਦਾ ਤੁਹਾਡੇ ਵਿਰੁੱਧ ਆ ਕੇ ਲਲਕਾਰੇਗਾ ਜਾਂ ਤੁਹਾਡੇ ਅਗੇਂਸਟ ਕੋਈ ਗੱਲਬਾਤ ਕਰੇਗਾ ਤੇ ਫਿਰ ਇਹ ਐਕਸ਼ਨ ਦਾ ਰਿਐਕਸ਼ਨ ਤੇ ਹੋਏਗਾ ਹੀ ਹੋਏਗਾ ਨਾ। ਇਹ ਤਾਂ ਹੈ ਨਹੀਂ ਕਿ ਐਕਸ਼ਨ ਦਾ ਰਿਐਕਸ਼ਨ ਹੋਏਗਾ ਨਹੀਂ ਤੇ ਉਹ ਉੱਥੇ ਨਹੀਂ ਹੋਏਗਾ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ, ਪੰਜਾਬ ਆ। ਪੰਜਾਬ ਦੇ ਵਿੱਚ ਜਿਨ੍ਹਾਂ ਦਾ ਇਹ ਸਾਰੀ ਧਰਤੀ ਆ, ਤੇ ਉੱਥੇ ਹੀ ਉਹ ਆਵਾਜ਼ ਨਹੀਂ ਉਠਾਉਣਗੇ। ਆਪਣੀ ਜਿਹੜੀ ਆਵਾਜ਼ ਜਿਹੜੀ ਆ ਉਹਨਾਂ ਦੀ ਬਣਦੀ ਹੈਗੀ ਆ, ਆਪਣੀ ਜੋ ਉਹਨਾਂ ਦੀ ਧਰਮ ਦੇ ਪੱਖ ਤੋਂ ਹੈਗੀ ਆ, ਜੋ ਉਹਨਾਂ ਦੀ ਸਟੇਟ ਦੇ ਪੱਖ ਤੋਂ ਹੈਗੀ ਆ, ਉਹ ਆਵਾਜ਼ ਨਹੀਂ ਉਠਾਉਣਗੇ ਜਾਂ ਉਹ ਇਹਨਾਂ ਦੀਆਂ ਵਧੀਕੀਆਂ ਨੂੰ ਜਿਹੜਾ ਹੋਣ ਦੇਣਗੇ। ਸੋ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਧਿਆਨ ਮੰਗਦੀਆਂ ਨੇ। ਸੋ ਬਹੁਤ ਕੁਝ ਕਲੀਅਰ ਹੋ ਰਿਹਾ, ਦਿਨ ਬ ਦਿਨ ਕਲੀਅਰ ਹੋ ਰਿਹਾ। ਜਿਹੜੇ ਭਾਂਡੇ ਝੂਠੇ ਨੇ, ਜਿਹੜੇ ਭਾਂਡੇ ਨਕੰਮੇ ਨੇ ਤੇ ਜਿਹੜੇ ਭਾਂਡੇ ਵਿਕੇ ਹੋਏ ਨੇ, ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਆਈ ਚਲੀ ਜਾਂਦੇ ਨੇ। ਸੋ ਇਹ ਹੁਣ ਫੈਸਲਾ ਪੰਜਾਬੀਆਂ ਨੇ ਕਰਨਾ ਕਿ ਭਾਈ ਅਸੀਂ ਇਹ ਜਿਹੜੇ ਭਾਂਡੇ ਤੇ ਗੰਦੇ ਆਂਡੇ ਨੇ ਇਹ ਕਿੱਧਰ ਨੂੰ ਸੁੱਟਣੇ ਆ, ਇਹਨਾਂ ਦਾ ਅਸੀਂ ਜਵਾਬ ਜਿਹੜਾ ਉਹ ਕਿੱਦਾਂ ਦੇਣਾ ਹੈਗਾ। ਬਾਕੀ ਅੱਜ ਤੱਕ ਰਿਕਾਰਡ ਰਿਹਾ, ਮੈਂ ਦਾਅਵੇ ਨਾਲ ਇਹ ਕਹਿ ਸਕਦਾ ਕਿ ਸਿੱਖਾਂ ਨੇ ਅੱਜ ਤੱਕ ਕਦੀ ਕਿਸੇ ਦੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਕਿਸੇ ਦੇ ਧਾਰਮਿਕ ਸਥਾਨ ਨੂੰ ਜਿਹੜਾ ਹੈ ਉਹ ਨੁਕਸਾਨ ਨਹੀਂ ਪਹੁੰਚਾਇਆ। ਗਵਾਹੀ ਦੇ ਤੌਰ ਦੇ ਉੱਤੇ ਜੇ ਦੇਖਣਾ ਹੋਵੇ ਤੇ ਇੰਨੀ ਜ਼ਿਆਦਾ ਕਤਲੋਗਾਰਤ ਦੇ ਬਾਅਦ ਜਦੋਂ ਸਿੱਖ ਰਾਜ ਆਇਆ, ਇੰਨੀ ਮੁਗਲਾਂ ਨੇ ਤਬਾਹੀ ਮਚਾਈ, ਇੰਨਾ ਜਿਹੜਾ ਉਹਨਾਂ ਦਾ ਤਸ਼ੱਦਦ ਸਿੱਖਾਂ ਨੇ ਸਹਿਆ, ਪਰ ਜਦ ਸਿੱਖ ਰਾਜ ਕਾਇਮ ਹੋਇਆ ਤੇ ਕਿਸੇ ਮਸਜਿਦ ਵੱਲ ਮੂੰਹ ਨਹੀਂ ਕੀਤਾ ਗਿਆ, ਕਿਸੇ ਮਸਜਿਦ ਨੂੰ ਛੇੜਿਆ ਨਹੀਂ ਗਿਆ, ਨਾ ਹੀ ਕਿਸੇ ਦੇ ਉੱਤੇ ਜ਼ੁਲਮ ਕੀਤਾ ਗਿਆ। ਫਿਰ ਦੂਜਾ ਆ ਜਾਓ ਤੁਸੀਂ, ਜੂਨ 1984 ਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਬਾਵਜੂਦ, ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ
ਕੋਈ ਪੰਜਾਬ ਦਾ ਇੱਕ ਬੰਦਾ ਬਾਹ ਖੜੀ ਕਰਕੇ ਕਹਿ ਦਵੇ ਕਿ ਸਾਡੇ ਧਾਰਮਿਕ ਸਥਾਨ ਨੂੰ, ਕਿਸੇ ਮੰਦਿਰ ਨੂੰ ਜਿਹੜਾ ਉਹ ਕਿਸੇ ਸਿੱਖਾਂ ਵੱਲੋਂ ਨੁਕਸਾਨਿਆ ਗਿਆ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਇਸ ਦੇ ਬਾਰੇ ਸੋਚਿਆ ਵੀ ਗਿਆ, ਇੱਕ ਕੋਈ ਘਟਨਾ ਜਿਹੜੀ ਆ ਉਹ ਪੇਸ਼ ਕਰ ਦਵੇ ਤੇ ਅਸੀਂ ਆਪਣਾ ਸਿਰ ਜਿਹੜਾ ਉਹ ਝੁਕਾ ਦੇਾਂਗੇ ਥੱਲੇ। ਦੂਸਰੀ ਗੱਲ, ਐਡੇ ਵੱਡੇ ਜਿਹੜੇ ਹਾਲਾਤ ਬਣੇ ਨਵੰਬਰ 1984 ਦੇ ਵਿੱਚ, ਇੰਨੀ ਕਤਲੋਗਾਰਤ ਹੋਈ ਪੰਜਾਬ ਦੇ ਵਿੱਚ, ਉਦੋਂ ਕੋਈ ਇਹ ਦੱਸੇ ਕਿ ਕਿਸੇ ਮੰਦਿਰ ਜਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਇਆ ਗਿਆ ਹੋਵੇ। 10 ਸਾਲ ਇੱਕ ਵੱਡੀ ਲੜਾਈ ਲੜੀ ਗਈ। ਉਹ ਲੜਾਈ ਜਿਹੜੀ ਸੀ ਉਹ ਸਿਸਟਮ ਦੇ ਅਗੇਂਸਟ ਲੜੀ ਗਈ, ਉਸ ਗੰਦੇ ਸਿਸਟਮ ਦੇ ਅਗੇਂਸਟ ਲੜੀ ਗਈ, ਆਪਣੇ ਹੱਕ ਹਕੂਕ ਦੇ ਲੈਣ ਵਾਸਤੇ ਲੜੀ ਗਈ, ਆਪਣੇ ਖਾਲਸਾ ਰਾਜ ਨੂੰ ਕਾਇਮ ਕਰਨ ਵਾਸਤੇ ਲੜੀ ਗਈ। ਤੇ ਉਹਦੇ ਵਿੱਚ ਵੀ ਕਿਤੇ ਇੱਕ ਜਗ੍ਹਾ ਦੇ ਉੱਤੇ ਇਹ ਦੱਸ ਦਿਓ ਕਿ ਭਾਈ ਐਸ ਸ਼ਹਿਰ ਦੇ ਵਿੱਚ, ਐਸ ਪਿੰਡ ਦੇ ਵਿੱਚ ਕਿਸੇ ਖਾੜਕੂ ਨੇ ਮੰਦਿਰ ਤੇ ਜਾ ਕੇ ਕਿਸੇ ਇੱਕ ਪੌੜੀ ਦੀ ਇੱਟ ਵੀ ਤੋੜੀ ਹੋਵੇ, ਇੱਕ ਇੱਟ ਵੀ ਤੋੜੀ ਹੋਵੇ, ਕਿਸੇ ਇੱਕ ਜਗ੍ਹਾ ਦੇ ਉੱਤੇ ਪੱਥਰ ਵੀ ਤੋੜਿਆ ਹੋਵੇ, ਜਾਂ ਕਿਸੇ ਧੀ ਭੈਣ ਦੀ ਬਾਹ ਫੜ ਕੇ ਇਹ ਕਿਹਾ ਹੋਵੇ ਵੀ ਭਾਈ ਤੁਹਾਨੂੰ ਮੰਦਿਰ 'ਚ ਜਾਣ ਦੀ ਇਜਾਜ਼ਤ ਨਹੀਂ ਆ, ਜਾਂ ਕਿਸੇ ਨੂੰ ਡੱਕਿਆ ਹੋਵੇ, ਜਾਂ ਕਿਸੇ ਇੱਕ ਵੀ ਧਾਰਮਿਕ ਸਥਾਨ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਇਆ ਹੋਵੇ। ਜੇ ਕਿਸੇ ਕੋਲ ਕੋਈ ਇਸ ਚੀਜ਼ ਦਾ ਸਬੂਤ ਆ ਨਾ ਤੇ ਉਹ ਪੇਸ਼ ਕਰ ਦਵੇ। ਮੈਂ ਦਾਅਵੇ ਨਾਲ ਕਹਿ ਸਕਦਾ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕਦਾ ਕੋਈ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਖਾੜਕੂ ਲਹਿਰ ਪੂਰੇ ਜ਼ੋਰਾਂ ਤੇ ਸੀ, ਮੈਂ 86 ਜਾਂ 87 ਦੀ ਗੱਲ ਕਰਦਾ, ਜਦੋਂ ਇੱਕ ਹੁਕਮ ਜਾਰੀ ਹੋ ਜਾਂਦਾ ਸੀ, ਸਾਰਾ ਪੰਜਾਬ ਬੰਦ ਹੋ ਜਾਂਦਾ ਸੀ, ਪੰਜਾਬ ਦੀਆਂ ਬੱਸਾਂ ਬੰਦ ਹੋ ਜਾਂਦੀਆਂ ਸੀ, ਬਾਜ਼ਾਰ ਬੰਦ ਹੋ ਜਾਂਦੇ ਸੀ, ਸਕੂਲ ਕਾਲਜ ਬੰਦ ਹੋ ਜਾਂਦੇ ਸੀ, ਬਾਕੀ ਸੰਸਥਾਵਾਂ ਬੰਦ ਹੋ ਜਾਂਦੀਆਂ ਸੀ, ਗਵਰਨਮੈਂਟ ਦਫ਼ਤਰ ਬੰਦ ਹੋ ਜਾਂਦੇ ਸੀ, ਤੇ ਉਦੋਂ ਵੀ ਕਿਸੇ ਧਾਰਮਿਕ ਸਥਾਨ ਨੂੰ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਉਹ ਆਰਡਰ ਨਹੀਂ ਦਿੱਤਾ ਗਿਆ ਕਿ ਭਾਈ ਤੁਸੀਂ ਇੱਥੇ ਆਹ ਚੀਜ਼ ਜਿਹੜੀ ਆ ਆਪਣੀ ਭਜਨ ਬੰਦਗੀ ਜਿਹੜੀ ਆ ਉਹ ਨਹੀਂ ਕਰ ਸਕਦੇ ਹੈਗੇ। ਜਦ ਉਸ ਟਾਈਮ ਦੇ ਉੱਤੇ ਇਹ ਗੱਲ ਨਹੀਂ ਕੀਤੀ ਗਈ, ਜਦੋਂ ਬਿਲਕੁਲ ਸਿੱਕਾ ਚੱਲ ਰਿਹਾ ਸੀ, ਜਦੋਂ ਭਾਰਤੀ ਸਟੇਟ ਨੂੰ ਇਹ ਲੱਗਣ ਲੱਗ ਪਿਆ ਸੀਗਾ ਕਿ ਹੁਣ ਸਾਡੇ ਹੱਥੋਂ ਗੇਮ ਜਿਹੜੀ ਆ ਉਹ ਨਿਕਲਦੀ ਜਾ ਤੁਰੀ ਆ। ਉਹ ਗੱਲ ਕਿਸ ਦਿਨ ਫੇਰ ਕਰਾਂਗੇ ਕਿ ਉਹ ਉਸ ਲਹਿਰ ਦੇ ਵਿੱਚ ਕਿਵੇਂ ਜਿਹੜਾ ਹੈ ਉਹ ਉਤਰਾ ਆਇਆ, ਕਿਵੇਂ ਉਹਦੇ ਵਿੱਚ ਇਸ ਭਾਰਤੀ ਸਿਸਟਮ ਨੇ ਵੜ ਕੇ ਤੇ ਕਿੱਦਾਂ ਲੋਕਾਂ ਨੂੰ ਖਰਾਬ ਕੀਤਾ। ਨਹੀਂ ਤੇ ਲੋਕਾਂ ਦੇ ਬਹੁਤ ਜੀਵਨ ਸੁਧਰ ਰਿਹਾ ਸੀ ਉਸ ਟਾਈਮ ਦੇ ਉੱਤੇ। ਸੋ ਜਦ ਉਸ ਟਾਈਮ ਦੇ ਉੱਤੇ ਨਹੀਂ ਕੀਤਾ ਗਿਆ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਅੱਜ 21ਵੀਂ ਸਦੀ ਦੇ ਵਿੱਚ ਜਦ ਇੱਕ ਮਿੰਟ, ਇੱਕ ਸੈਕਿੰਡ ਤੁਹਾਡਾ ਰਿਕਾਰਡ ਹੁੰਦਾ, ਤੁਹਾਡੇ ਮਿੰਟਸ ਰਿਕਾਰਡ ਹੁੰਦੇ ਨੇ, ਉਦੋਂ ਕਿਸੇ ਦਾ ਜਿਹੜਾ ਨੁਕਸਾਨ ਜਾਂ ਸਿੱਖਾਂ ਦੇ ਜਹਨ ਦੇ ਵਿੱਚ ਇਹ ਚੀਜ਼ ਹੀ ਨਹੀਂ ਹੈਗੀ ਕਿ ਉਹ ਕਿਸੇ ਦੇ ਧਾਰਮਿਕ ਸਥਾਨ ਨੂੰ ਤੋੜ ਦੇਣ। ਇਹ ਜਹਨੀਅਤ ਦੂਜੇ ਧਰਮਾਂ ਦੇ ਵਿੱਚ ਜ਼ਰੂਰ ਪਈ ਆ, ਤੇ ਆ ਜਿਨ੍ਹਾਂ ਨਾਲ ਲੜਾਈ ਲੜੀ ਜਾ ਰਹੀ ਆ ਇਹਨਾਂ ਦੇ ਵਿੱਚ ਤਾਂ ਪਈ ਆ। ਇਹਨਾਂ ਨੇ ਬੜੇ ਮਸਜਿਦਾਂ ਵੀ ਤੋੜ ਲਈਆਂ ਨੇ, ਇਹਨਾਂ ਨੇ ਆ ਕਿੰਨੇ ਸਾਡੇ ਗੁਰਦੁਆਰਾ ਸਾਹਿਬਾਨ ਤੋੜ ਦਿੱਤੇ ਨੇ, ਆ ਹੁਣ ਬਾਅਦ ਵਿੱਚ ਉਸ ਤੋਂ ਬਾਅਦ ਤੋੜ ਦਿੱਤੇ ਨੇ। ਕਿਹੜੇ ਤੁਹਾਨੂੰ ਗਣਾਈਏ, ਲੱਠਮਾਰ ਤੋਂ ਲੈ ਕੇ ਗਿਆਨ ਗੋਦੜੀ ਦੇ ਗੁਰਦੁਆਰਾ ਸਾਹਿਬ ਤੁਹਾਨੂੰ ਟੁੱਟੇ ਨਜ਼ਰ ਨਹੀਂ ਆ ਰਹੇ। ਅਸੀਂ ਤਾਂ ਕਿਸੇ ਦੇ ਧਾਰਮਿਕ ਸਥਾਨ ਨੂੰ ਕਦੀ ਨੁਕਸਾਨ ਨਾ ਪਹੁੰਚਾਇਆ ਤੇ ਨਾ ਸਿੱਖ ਜਿਹੜਾ ਹੈ ਉਹ ਕਿਸੇ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਂਦਾ। ਉਹਦਾ ਕਾਰਨ ਆ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਜਿਹੜਾ ਹੈ ਉਸ ਨੂੰ ਸਿੱਖ ਹਮੇਸ਼ਾ ਯਾਦ ਰੱਖਦਾ, ਮਨੁੱਖਤਾ ਨੂੰ ਇਸ ਚੀਜ਼ ਦੇ ਵਾਸਤੇ ਯਾਦ ਰੱਖਦਾ। ਤੇ ਇਹ ਇਲਜ਼ਾਮ ਲਵਾ ਦੇਣਾ ਜਾਂ ਇਹ ਇਲਜ਼ਾਮ ਲਾ ਦੇਣਾ ਕਿ ਸਾਡੇ ਕਾਲੀ ਦੇਵੀ ਮਾਤਾ ਦੇ ਮੰਦਿਰ ਦੇ ਉੱਤੇ ਜਿਹੜਾ ਹੈ ਉਹ ਹਮਲਾ ਕੀਤਾ ਗਿਆ, ਬਹੁਤ ਗਲਤ ਤੇ ਗਲਤ ਤਰੀਕੇ ਨਾਲ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ। ਮੈਨੂੰ ਲੱਗਦਾ ਕਿ ਇਹਦੇ ਉੱਤੇ ਜਿਹੜੇ ਕੋਈ ਸਹਿਰਦ ਹਿੰਦੂ ਸੰਸਥਾਵਾਂ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ। ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਭਾਈ ਵਾਕਿਆ ਹੀ ਜੇ ਅਸੀਂ ਕਿਸੇ ਰੱਬ ਨੂੰ, ਕਿਸੇ ਮਾਤਾ ਨੂੰ, ਕਿਸੇ ਗੁਰੂ ਪੀਰ ਨੂੰ
ਮੰਨਦੇ ਆ ਤੇ ਉਹਦੀ ਦਹਲੀਜ਼ ਤੇ ਜਾਂ ਉਸ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੇ ਅਸੀਂ ਇਹ ਝੂਠ ਬੋਲਦੇ ਆ ਤੇ ਦਰਗਾਹ ਵਿੱਚ ਪ੍ਰਵਾਨ ਤੁਸੀਂ ਵੀ ਨਹੀਂ ਹੁੰਦੇ। ਫਿਰ ਦਰਗਾਹ 'ਚ ਪ੍ਰਵਾਨ ਨਹੀਂ ਬੰਦਾ ਹੁੰਦਾ ਜੇ ਸ਼ਰੇਆਮ ਝੂਠ ਬੋਲੇ, ਤੇ ਸ਼ਰੇਆਮ ਇਸ ਕਰਕੇ ਝੂਠ ਬੋਲੇ ਕਿ ਸਾਡਾ ਜਿਹੜਾ ਝੂਠ ਆ ਉਹ ਸੱਚ ਵਿੱਚ ਤਬਦੀਲ ਹੋ ਜਾਵੇ। ਸੋ ਇੰਨੀਆਂ ਕੁ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ। ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ, ਕੋਈ ਸੁਝਾਅ ਹੈ ਸਾਡੇ ਤੱਕ ਜ਼ਰੂਰ ਪਹੁੰਚਦਾ ਕਰਿਓ। ਸਾਨੂੰ ਜ਼ਰੂਰ ਤੁਸੀਂ ਆਪਣੇ ਸੁਝਾਅ ਭੇਜਦੇ ਰਿਹਾ ਕਰੋ ਤਾਂ ਕਿ ਅਸੀਂ ਪ੍ਰੋਗਰਾਮ ਨੂੰ ਬਿਹਤਰ ਬਣਾ ਸਕੀਏ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਕੱਲ ਨੂੰ ਆਪਾਂ ਦੁਬਾਰਾ ਨਵੇਂ ਟੌਪਿਕ ਨਾਲ, ਨਵੇਂ ਵਿਸ਼ੇ ਦੇ ਨਾਲ ਤੁਹਾਡੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਸੋ ਭੈ ਕਾਹੂ ਕੋ ਦੇਤਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।